ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਪ੍ਰੋਗਰਾਮ ਖਬਰ ਪੜਤਾਲ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਆਪਾਂ ਪੰਜਾਬ ਅਤੇ ਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਅਕਸਰ ਚਰਚਾ ਕਰਦੇ ਹਾਂ। ਤੇ ਹਰ ਵਾਰ ਦੀ ਤਰ੍ਹਾਂ ਚਰਚਾ ਦੇ ਲਈ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਬਹੁਤ ਧੰਨਵਾਦ जी। अगर खास खबरों की गल करिए तो खबर बड़ी खास दे उपर जानकारी डल्ला जी तो अज लैनी है कि आखिर अजिहा की होया कि नवजोत सिंह सिद्धू नूं पीजीआई लैके जाना पै गया। की वजह रही वो जाणांगे असीं जरूर विस्तार विच जानकारी। ते नाल दी नाल नवजोत सिंह सिद्धू नूं लैके बीजेपी वल्लों किहड़ी अजिही वड्डी गलती कीती गई जिस दे उपर चर्चावां दा दौर जरूर चल रहा है। दूसरी एक होर गल कि राजा वड़िंग ते आम आदमी पार्टी आखिर क्यों भाजपा दे उपर वड्डे वड्डे इल्जाम लगा रहे ने। खुल के आपां सारी जानकारी डल्ला जी तो अज डल्ला जी सब तो पहला जानना चाहांगे जी अजिहा की होया कि नवजोत सिंह सिद्धू नूं पटियाला जेल तो सीधा चंडीगढ़ पीजीआई लेके जाना पै गया। देखो 15-16 दिन हो गए ने नवजोत सिंह सिद्धू पटियाला दी जेल दे विच ने और जदों ਉਹ जेल दे विच गए उस तो बाद ਉਹਨਾਂ ਦੇ ਟੈਸਟ ਹੋਏ क्योंकि ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ। ਖਾਸ ਤੌਰ ਤੇ ਲੀਵਰ ਦੀ ਪ੍ਰੋਬਲਮ ਹੈ, ਫੈਟੀ ਲਿਵਰ ਹੈ, ਗ੍ਰੇਡ 3 ਉਹਦੇ ਬਾਰੇ ਕਿਹਾ ਜਾਂਦਾ। ਸੋ ਕਈ ਤਰ੍ਹਾਂ ਦੀਆਂ ਦਿੱਕਤਾਂ ਉਹਨਾਂ ਨੂੰ ਹੈ। ਉਸ ਤੋਂ ਬਾਅਦ ਜਿਹੜੇ ਜ਼ਿਲ੍ਹਾ ਸੈਸ਼ਨ ਕੋਰਟ ਹੈ ਉਹਨਾਂ ਵੱਲੋਂ ਬਕਾਇਦਾ ਇੱਕ ਬੋਰਡ ਬਣਵਾਇਆ ਗਿਆ ਹੁਕਮ ਦੇ ਕੇ, ਔਰ ਉਸ ਬੋਰਡ ਨੇ ਉਹਨਾਂ ਦੇ ਸਾਰੇ ਟੈਸਟ ਕੀਤੇ ਔਰ ਉਹਨਾਂ ਨੂੰ ਡਾਈਟ ਰਿਕਮੈਂਡ ਕੀਤੀ। ਹੁਣ ਨਵਜੋਤ ਸਿੰਘ ਸਿੱਧੂ ਦੇ ਪਹਿਲਾਂ ਵੀ ਕੁਝ ਟੈਸਟ ਹੋਏ ਸੀ। ਹੁਣ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ, ਜੇ ਮੈਂ ਸਧਾਰਨ ਭਾਸ਼ਾ 'ਚ ਕਹਾਂ ਤੇ ਕਿਉਂਕਿ ਉਹ ਖਿਡਾਰੀ ਰਹੇ ਨੇ ਔਰ ਉਹਨਾਂ ਦੀ ਡਾਈਟ ਐਕਸਰਸਾਈਜ਼ ਬਹੁਤ ਜ਼ਿਆਦਾ ਰਹੀ ਹੈ ਪੁਰਾਣੇ ਸਮਿਆਂ ਦੇ ਵਿੱਚ। ਹੁਣ ਵੀ ਉਹ ਬਹੁਤ ਜ਼ਿਆਦਾ ਪਿਛਲੇ ਸਮੇਂ ਤੋਂ, ਕੋਵਿਡ ਦੇ ਸਮੇਂ ਤੋਂ ਵੀ ਢਿੱਲੇ ਰਹੇ ਨੇ ਔਰ ਉਹਨਾਂ ਦੇ ਲੀਵਰ ਦੀ ਪ੍ਰੋਬਲਮ ਵੀ ਹੈ, ਜਿਹਦੇ ਕਰਕੇ ਕਿਹਾ ਜਾਂਦਾ ਹੈ ਕਿ ਖੂਨ ਥੋੜਾ ਜਿਹਾ ਗਾੜਾ ਹੋ ਜਾਂਦਾ ਹੈ ਔਰ ਸ਼ੱਕ ਇਹ ਪ੍ਰਗਟ ਕੀਤਾ ਜਾਂਦਾ ਹੈ ਵੀ ਕਿਤੇ ਕਲੌਟ ਨਾ ਬਣ ਜੇ, ਕਿਉਂਕਿ ਪਹਿਲਾਂ ਵੀ ਕਲੌਟ ਬਣੇ ਕਈ ਵਾਰੀ। ਔਰ ਉਹਦੇ ਲਈ ਉਹਨਾਂ ਨੂੰ ਡਾਈਟ ਹੈ ਜਿਹੜੀ ਇਸ ਤਰ੍ਹਾਂ ਦੀ ਦਿੱਤੀ ਗਈ ਹੈ ਜਿਹਦੇ ਨਾਲ ਬਲੱਡ ਡਿਲਿਊਟ ਰਵੇ, ਬਲੱਡ ਥਿਨਰ ਜਿਹੜੀ ਡਾਈਟ ਹੈ ਉਹ ਚੱਲਦੀ ਸੀ ਉਹਨਾਂ ਦੀ ਕਿ ਖੂਨ ਪਤਲਾ ਰਵੇ। ਔਰ ਮੈਨੂੰ ਇਹ ਲੱਗਦਾ ਕਿ ਜਿਹੜੇ ਟੈਸਟ ਹੋਏ ਸੀ ਪਟਿਆਲਾ ਦੇ ਵਿੱਚ ਪਹਿਲਾਂ, ਉਹਨਾਂ ਟੈਸਟਾਂ ਦੀਆਂ ਰਿਪੋਰਟਾਂ ਸਾਰਿਆਂ ਦੀਆਂ ਆ ਗਈਆਂ। ਉਹਨਾਂ ਟੈਸਟਾਂ ਦੀਆਂ ਰਿਪੋਰਟਾਂ ਤੋਂ ਬਾਅਦ ਹੀ ਇਹ ਜਿਹੜੇ ਐਡਵਾਂਸ ਟੈਸਟ ਦੱਸੇ ਗਏ ਨੇ, ਕਿਉਂਕਿ ਕੁਝ ਦਿੱਕਤ ਵੀ ਮਹਿਸੂਸ ਕਰਦੇ ਨੇ ਉਹ ਕਈ ਵਾਰ ਜਦੋਂ ਖੂਨ ਉਹਨਾਂ ਨੂੰ ਲੱਗਦਾ ਹੈ ਕਿ ਉਹ ਗਾੜਾ ਹੋ ਗਿਆ। ਜਿਵੇਂ ਅਸੀਂ ਸਾਰੇ ਲੋਕ ਕਈ ਵਾਰੀ ਅਗਰ ਕਿਸੇ ਨੂੰ ਕੋਲੈਸਟਰੋਲ ਵੱਧ ਜਾਂਦਾ ਹੈ ਜਾਂ ਕਿਸੇ ਨੂੰ ਯੂਰਿਕ ਐਸਿਡ ਵੱਧ ਜਾਂਦਾ ਹੈ ਜਾਂ ਟ੍ਰਾਈਗਲਾਈਰਾਈਡਸ ਦੇ ਜਿਹੜੇ ਸੈੱਲ ਨੇ ਕਈ ਵਾਰੀ ਸ਼ੂਗਰ ਦੇ ਮਰੀਜ਼ਾਂ ਨੂੰ ਵੱਧ ਜਾਂਦੇ ਨੇ ਜਾਂ ਉਹਦੇ ਵਿੱਚ ਵੱਧ ਜਾਂਦੇ ਨੇ ਕਈ ਵਾਰੀ ਕੋਲੈਸਟਰੋਲ ਜਾਂ ਕਿਸੇ ਹੋਰ ਚੀਜ਼ ਕਰਕੇ, ਤੇ ਮਨੁੱਖ ਨੂੰ ਮਹਿਸੂਸ ਹੋ ਜਾਂਦਾ ਹੈ ਕਿ ਸਰੀਰ ਜਿਹੜਾ ਜਾਮ ਹੈ। ਸੋ ਇਸੇ ਕਰਕੇ ਮੈਨੂੰ ਲੱਗਦਾ ਹੈ ਜਿਹੜੀਆਂ ਮੀਡੀਆ 'ਚ ਰਿਪੋਰਟਾਂ ਆਈਆਂ ਨੇ ਕਿ ਉਹਨਾਂ ਨੂੰ ਕੱਲ ਸਵੇਰੇ ਪੀਜੀਆਈ ਲੈ ਕੇ ਗਏ, ਫਿਰ ਉੱਥੇ ਉਹਨਾਂ ਦੇ ਜਿਹੜੇ ਟੈਸਟ ਨੇ ਉਹ ਕੀਤੇ ਗਏ ਨੇ। ਤੇ ਉਮੀਦ ਕਰਾਂਗੇ ਕਿ ਟੈਸਟਾਂ ਦੀਆਂ ਰਿਪੋਰਟਾਂ ਨੇ ਜਿਹੜੀਆਂ ਸਾਰੀਆਂ ਚੰਗੀਆਂ ਆਉਣ, ਕਿਉਂਕਿ ਬਹੁਤ ਲੋੜ ਹੈ ਉਹਨਾਂ ਦੇ ਸਿਹਤਮੰਦ ਹੋਣ ਦੀ ਪੰਜਾਬ ਨੂੰ। ਕਿਉਂਕਿ 15-16 ਦਿਨ ਉਹਨਾਂ ਨੇ ਕੱਟ ਲਏ ਨੇ ਤੇ ਜਿਹੜੀ ਸਜ਼ਾ 1 ਸਾਲ ਦੀ ਸੀ, ਪਰ ਉਹਦੇ ਵਿੱਚ ਕਹਿੰਦੇ ਛੁੱਟੀਆਂ ਵੀ ਹੁੰਦੀਆਂ ਨੇ ਔਰ ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ ਖਾਸ ਦਿਨਾਂ ਤੇ ਜਿਹੜੇ ਸਜ਼ਾਏ ਯਾਫਤਾ ਕੈਦੀ ਹੁੰਦੇ ਨੇ ਉਹਨਾਂ ਨੂੰ ਰਿਲੈਕਸੇਸ਼ਨ ਵੀ ਮਿਲਦੀਆਂ ਨੇ, ਉਹ ਸਾਰੇ ਕੈਦੀਆਂ ਨੂੰ ਮਿਲਦੀਆਂ ਨੇ। ਸੋ ਉਮੀਦ ਕਰਦੇ ਹਾਂ ਕਿ ਇਸੇ ਸਾਲ ਦੇ ਵਿੱਚ ਉਹ ਆਪਣੀ ਸਜ਼ਾ ਪੂਰੀ ਕਰਕੇ ਜੋ ਵੀ ਪ੍ਰੋਸੀਜਰ ਹੋਊਗਾ, ਜਿੰਨੀ ਵੀ ਸਜ਼ਾ ਹੋਊਗੀ, ਅਗਰ ਇਸ ਸਾਲ 'ਚ ਪੂਰੀ ਹੁੰਦੀ ਹੈ ਜਾਂ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਉਹ ਵਾਪਸ ਆ ਜਾਣਗੇ। ਔਰ ਬਹੁਤ ਲੋੜ ਹੈ ਪੰਜਾਬ ਨੂੰ ਨਵਜੋਤ ਸਿੰਘ ਸਿੱਧੂ ਦੀ ਸੱਚੀ ਸੁੱਚੀ ਸਿਆਸਤ ਦੀ। ਔਰ ਅੱਜ ਦੇ ਸਮੇਂ ਜਦੋਂ ਸੱਤਾ 'ਚ ਆਮ ਆਦਮੀ ਪਾਰਟੀ ਹੈ, ਇੱਕ ਪਾਸੇ ਬੀਜੇਪੀ ਹੈ, ਇੱਕ ਪਾਸੇ ਕਾਂਗਰਸ ਹੈ, ਤੇ ਨਵਜੋਤ ਸਿੰਘ ਸਿੱਧੂ ਵਰਗੇ ਸਿਆਸਤਦਾਨਾਂ ਦੀ ਜ਼ਰੂਰਤ ਹੈ। ਇਸ ਵਕਤ ਵੀ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜੀ ਅਸਲ ਮੁੱਦਿਆਂ ਦੀ ਲੜਾਈ ਸੀ, ਤੁਸੀਂ ਹਰਜੋਤ ਜੀ ਮਹਿਸੂਸ ਕਰਦੇ ਹੋਵੋਗੇ, ਅਚਾਨਕ ਜਿਹੜੀ ਅਸਲ ਮੁੱਦਿਆਂ ਦੀ ਲੜਾਈ ਸੀ ਉਹ ਕਮਜ਼ੋਰ ਪੈਂਦੀ ਦਿਖ ਰਹੀ ਹੈ। ਕੋਈ ਬਹੁਤ ਹੀ ਜ਼ਿਆਦਾ ਮੁੱਦੇ ਦੀ ਗੱਲ ਫੇਰ ਜਿਹੜੀ ਹੁਣ ਹੈ ਉਹ ਘਟ ਗਈ, ਕਿਉਂਕਿ ਉਹ ਨਵਜੋਤ ਸਿੰਘ ਸਿੱਧੂ ਹੀ ਸੀ ਜਿਹੜਾ ਮੁੱਦਿਆਂ ਦੀ ਗੱਲ ਕਰਦਾ ਸੀ। ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਆਮ ਆਦਮੀ ਪਾਰਟੀ ਵੀ ਸੰਘਰਸ਼ ਕਰਦੀ ਸੀ ਮੁੱਦਿਆਂ ਤੇ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਆਮ ਆਦਮੀ ਤਾਂ ਖੁਦ ਸੱਤਾ 'ਚ ਹੈ। ਪਰ ਮੈਨੂੰ ਇਹ ਪਤਾ ਲੱਗਿਆ ਕਿ ਜਦੋਂ ਉਹ ਪ੍ਰੋਟੈਸਟ ਕਰਨ ਗਏ ਸੀ ਪਟਿਆਲੇ, ਜਦੋਂ ਉਹਨਾਂ ਨੇ ਮਹਿੰਗਾਈ ਤੇ ਪ੍ਰੋਟੈਸਟ ਕੀਤਾ, ਉਸ ਤੋਂ ਬਾਅਦ ਉਹਨਾਂ ਦਾ ਪ੍ਰੋਗਰਾਮ ਸੀ ਸੰਗਰੂਰ ਜਾਣ ਦਾ ਵੀ, ਕਿਉਂਕਿ ਉੱਥੇ ਬਹੁਤ ਸਾਰੇ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਰਾਬਤੇ ਦੇ ਵਿੱਚ ਸੀ। ਉਹ ਮੁਲਾਜ਼ਮ ਜਥੇਬੰਦੀਆਂ ਚਾਹੁੰਦੀਆਂ ਸੀ ਵੀ ਅਗਰ ਨਵਜੋਤ ਸਿੰਘ ਸਿੱਧੂ ਸਾਡੀ ਆਵਾਜ਼ ਬੁਲੰਦ ਕਰੂ ਤੇ ਸਾਡੀ ਗੱਲ ਦੂਰ ਤੱਕ ਚਲੀ ਜਾਊਗੀ। ਔਰ ਤੁਸੀਂ ਦੇਖੋ ਅੱਜ ਵੀ ਬਰਨਾਲਾ ਤੇ
ਸੰਗਰੂਰ ਧਰਨਿਆਂ ਦੀ ਰਾਜਧਾਨੀ ਬਣੇ ਹੋਏ ਨੇ। ਸਰਕਾਰੀ ਮੁਲਾਜ਼ਮਾਂ ਦੇ ਪ੍ਰੋਟੈਸਟ ਉਸੇ ਤਰ੍ਹਾਂ ਚੱਲ ਰਹੇ ਨੇ, ਭਾਵੇਂ ਬਟਾਲਾ ਹੈ, ਭਾਵੇਂ ਬਰਨਾਲਾ ਹੈ, ਭਾਵੇਂ ਲੁਧਿਆਣਾ ਹੈ ਤੇ ਭਾਵੇਂ ਸੰਗਰੂਰ ਹੈ, ਕਿਉਂਕਿ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਹੋਏ, ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਔਰ ਨਵਜੋਤ ਸਿੰਘ ਸਿੱਧੂ ਹੁਣ ਇਸ ਅੰਦੋਲਨ ਦੇ ਵਿੱਚ ਵੀ ਉਹ ਕੁੱਦਣ ਵਾਲੇ ਸੀ, ਜੋ ਮੈਨੂੰ ਪਤਾ ਲੱਗਿਆ ਇਸ ਅੰਦੋਲਨ 'ਚ ਵੀ ਉਹਨਾਂ ਨੇ ਵੱਧ ਚੜ ਕੇ ਹਿੱਸਾ ਲੈਣਾ ਸੀ। ਖੈਰ ਹੁਣ ਤਾਂ ਚਲੋ ਜੇਲ੍ਹ ਦੇ ਵਿੱਚ ਨੇ, ਔਰ ਜੇਲ੍ਹ ਦੇ ਵਿੱਚ ਜ਼ਰੂਰ ਉਹ ਲਿਖ ਪੜ੍ਹ ਰਹੇ ਹੋਣਗੇ, ਕਿਉਂਕਿ ਹਜੇ ਤੱਕ ਮੈਨੂੰ ਮੁਲਾਕਾਤ ਦਾ ਵਕਤ ਨਹੀਂ ਮਿਲਿਆ। ਸੋ ਮੈਂ ਉਮੀਦ ਕਰਦਾ ਕਿ ਇਸ ਸ਼ੁੱਕਰਵਾਰ ਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ, ਔਰ ਅਗਰ ਮੁਲਾਕਾਤ ਹੁੰਦੀ ਹੈ ਤੇ ਫਿਰ ਉਹਨਾਂ ਦੀ ਸਿਹਤ ਬਾਰੇ ਮੈਂ ਜ਼ਿਆਦਾ ਚੰਗੇ ਵੇਰਵੇ ਜ਼ਰੂਰ ਦੇ ਸਕੂੰਗਾ ਹਰਜੋਤ ਜੀ। ਜੀ ਬਿਲਕੁਲ ਸਹੀ ਗੱਲ ਤੁਸੀਂ ਵੈਸੇ ਕਹੀ ਕਿ ਨਵਜੋਤ ਸਿੰਘ ਸਿੱਧੂ ਜੋ ਨੇ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੇ ਉੱਪਰ ਹੀ ਗੱਲ ਕਰਦੇ ਸਨ, ਤੇ ਉਹਨਾਂ ਦੇ ਜਦੋਂ ਤੋਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਉਸ ਤੋਂ ਬਾਅਦ ਵਾਕਈ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦਾ ਕੋਈ ਵੀ ਨਜ਼ਰ ਨਹੀਂ ਆ ਰਿਹਾ। ਸ਼ਾਇਦ ਉਦੋਂ ਉਹਨਾਂ ਦੇ ਮੁਕਾਬਲੇ ਵਿੱਚ ਹੀ ਬਾਕੀ ਸਿਆਸਤਦਾਨ ਵੀ ਇਸ ਰੇਸ ਵਿੱਚ ਲੱਗ ਜਾਂਦੇ ਸੀ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੀ ਨੌਜਵਾਨੀ ਬਾਰੇ ਗੱਲ ਕਰ ਰਹੇ ਨੇ, ਤਾਂ ਅਸੀਂ ਵੀ ਡਟ ਕੇ ਜੋ ਹੈ ਇਹਨਾਂ ਮੁੱਦਿਆਂ ਤੇ ਗੱਲ ਕਰੀਏ ਕਿ ਅਸੀਂ ਕਿਤੇ ਨਵਜੋਤ ਸਿੰਘ ਸਿੱਧੂ ਤੋਂ ਪਿੱਛੇ ਨਾ ਰਹਿ ਜਾਈਏ। ਸੋ ਵਾਕਈ ਕਿਤੇ ਨਾ ਕਿਤੇ ਪੰਜਾਬ ਦੇ ਮੁੱਦੇ ਪਿੱਛੇ ਪੈਂਦੇ ਜ਼ਰੂਰ ਨਜ਼ਰ ਆ ਰਹੇ ਨੇ। ਚਲੋ ਅਸੀਂ ਅਗਰ ਅੱਗੇ ਵਧੀਏ, ਸੰਗਰੂਰ ਜ਼ਿਮਨੀ ਚੋਣ ਦੀ ਅਸੀਂ ਗੱਲ ਕਰ ਲਈਏ ਤਾਂ ਜਿਵੇਂ ਅਸੀਂ ਲਗਾਤਾਰ ਵੇਖਿਆ ਕਿ ਕਾਂਗਰਸ ਦੀ ਅਸੀਂ ਤਸਵੀਰ ਦੇਖ ਰਹੇ ਹਾਂ ਕਿ ਹਰ ਦਿਨ ਦੇ ਨਾਲ ਕਮਜ਼ੋਰ ਹੁੰਦੀ ਜਾ ਰਹੀ ਹੈ। ਜਿੰਨੇ ਕੁਝ ਲੀਡਰ, ਕੁਝ ਸਾਬਕਾ ਮੰਤਰੀ ਭਾਜਪਾ ਵਿੱਚ ਸ਼ਾਮਲ ਹੋਏ ਨੇ, ਉਸ ਤੋਂ ਬਾਅਦ ਰਾਜਾ ਵੜਿੰਗ ਦੇ ਤਿੱਖੇ ਬਿਆਨ, ਆਮ ਆਦਮੀ ਪਾਰਟੀ ਦੇ ਤਿੱਖੇ ਬਿਆਨ, ਕਿਸ ਤਰ੍ਹਾਂ ਦੀ ਸਿਆਸਤ ਹੁਣ ਤੁਸੀਂ ਸਮਝ ਪਾ ਰਹੇ ਹੋ ਕਿ ਉਹੀ ਮੰਤਰੀ, ਉਹੀ ਚਿਹਰੇ ਇੱਕ ਪਾਰਟੀ ਛੱਡ ਦੂਸਰੀ ਪਾਰਟੀ ਵਿੱਚ ਚਲੇ ਜਾਂਦੇ ਨੇ ਤੇ ਦੂਜੀ ਪਾਰਟੀ ਜਿਸ ਦੇ ਪਹਿਲਾ ਵਿਰੋਧ ਵਿੱਚ ਬੋਲਦੇ ਨੇ ਤੇ ਉਸੇ ਦੀ ਹਾਮੀ ਵਿੱਚ ਆ ਕੇ ਤੇ ਉਸ ਦੀਆਂ ਹੀ ਚੰਗਿਆਈਆਂ ਗਿਣਾਉਣ ਲੱਗ ਜਾਂਦੇ ਨੇ। ਦੇਖੋ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ, ਅੱਜ ਰਾਹੁਲ ਗਾਂਧੀ ਨੇ ਪਹੁੰਚਣਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ। ਜਿਹੜੀਆਂ ਖਬਰਾਂ ਮੀਡੀਆ ਦੇ ਵਿੱਚ ਆਈਆਂ ਨੇ, ਉਹ ਕਿੰਨੇ ਵਜੇ ਪਹੁੰਚਦੇ ਨੇ, ਕੀ ਮੁਲਾਕਾਤ ਕਰਦੇ ਨੇ, ਇਹ ਗੱਲ ਹੈ, ਇਹ ਅੱਜ ਪਤਾ ਲੱਗੇਗਾ। ਪਰ ਮੈਂ ਨਾਲ ਇਹ ਵੀ ਦੇਖਦਾ ਕਿ ਜਿਹੜੇ 4 ਮੰਤਰੀ ਚਲੇ ਗਏ ਕਾਂਗਰਸ ਦੇ, ਔਰ ਕੇਵਲ ਢਿੱਲੋਂ ਵਰਗੇ ਵੱਡੇ ਲੀਡਰ ਚਲੇ ਗਏ, ਸਾਬਕਾ MLA ਚਲੇ ਗਏ, ਔਰ ਕਈ ਹੋਰ ਲੀਡਰ ਚਲੇ ਗਏ। ਅਮਰੀਕ ਸਿੰਘ ਢਿੱਲੋਂ ਦੇ ਜਿਹੜੇ ਗ੍ਰੈਂਡਸਨ ਨੇ ਕਰਨ ਢਿੱਲੋਂ, ਉਹ ਚਲੇ ਗਏ, ਬੜੇ ਨੌਜਵਾਨ ਲੀਡਰ ਨੇ, ਉਹ ਵੀ ਉੱਭਰਦੇ ਹੋਏ। ਸੋ ਬਹੁਤ ਸਾਰੇ ਲੀਡਰ ਚਲੇ ਗਏ, ਸੁਨੀਲ ਜਾਖੜ ਤਾਂ ਗਏ ਨੇ। ਉਸ ਤੋਂ ਬਾਅਦ ਕਿਤੇ ਨਾ ਕਿਤੇ ਰਾਜਾ ਵੜਿੰਗ ਜੀ ਬਹੁਤ ਜ਼ਿਆਦਾ ਅਟੈਕ ਕਰ ਰਹੇ ਨੇ ਉਹਨਾਂ ਤੇ। ਅੱਜ ਮੈਂ ਬਿਆਨ ਸੁਣ ਰਿਹਾ ਸੀ ਰਾਜਾ ਵੜਿੰਗ ਜੀ ਦਾ, ਪੜ੍ਹ ਰਿਹਾ ਸੀ। ਰਾਜਾ ਵੜਿੰਗ ਜੀ ਸੁਨੀਲ ਜਾਖੜ ਜੀ ਨੂੰ ਚੈਲੰਜ ਕਰ ਰਹੇ ਨੇ ਵੀ ਕੀ ਤੁਸੀਂ ਆਪਣੇ ਭਤੀਜੇ ਨੂੰ ਅਬੋਰ ਤੋਂ ਅਸਤੀਫਾ ਦਵਾ ਕੇ ਬੀਜੇਪੀ 'ਚ ਸ਼ਾਮਲ ਕਰ ਸਕਦੇ ਹੋ। ਉਹ ਚੈਲੰਜ ਕਰ ਰਹੇ ਸੀ ਕਿ ਕਰੋ, ਤੇ ਫਿਰ ਜਿਹੜੀ ਜ਼ਿਮਨੀ ਚੋਣ ਹੋਣੀ ਹੈ, ਤੇ ਫਿਰ ਉਹ ਜ਼ਿਮਨੀ ਚੋਣ ਹੈ ਜਿਹੜੀ, ਉਹ ਇੱਕ ਤਰੀਕੇ ਨਾਲ ਉਹ ਇਸ਼ਾਰਾ ਕਰ ਰਹੇ ਸੀ ਵੀ ਜ਼ਿਮਨੀ ਚੋਣ 'ਚ ਆਓ। ਅਗਰ ਇੰਨੇ ਜ਼ਿਆਦਾ ਤੁਸੀਂ ਤਕੜੇ ਲੀਡਰ ਬੀਜੇਪੀ ਦੇ ਵਿੱਚ ਜਾ ਕੇ ਸਾਰੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹੋ, ਉਹਨਾਂ ਦਾ ਭਾਵ ਕਹਿਣ ਦਾ ਇਹ ਸੀ। ਪਰ ਮੈਨੂੰ ਨਹੀਂ ਲੱਗਦਾ ਕਿ ਸੰਦੀਪ ਜਾਖੜ ਅਸਤੀਫਾ ਦੇਣਗੇ। ਦੇਖੋ, ਉਹ ਹੁਣੇ ਤਾਂ MLA ਬਣੇ ਨੇ। ਹਾਂ, ਉਹ 2024 ਦੀਆਂ ਚੋਣਾਂ ਤੋਂ ਪਹਿਲਾਂ ਅਸਤੀਫਾ ਦੇ ਸਕਦੇ ਨੇ। ਹਾਂ, ਅਗਰ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਬੀਜੇਪੀ ਚੰਗੀ ਪਰਫਾਰਮੈਂਸ ਕਰ ਦਿੰਦੀ ਹੈ, ਫਿਰ ਸੰਦੀਪ ਜਾਖੜ ਅਸਤੀਫਾ ਵੀ ਦੇ ਦਿੰਦੇ ਨੇ, ਤੇ ਫਿਰ ਚਲੇ ਜਾਣਗੇ ਉਹ ਭਾਜਪਾ ਦੇ ਵਿੱਚ, ਤੇ ਦੁਬਾਰਾ MLA ਬਣਨ ਦੀ ਉਹ ਕੋਸ਼ਿਸ਼ ਕਰ ਸਕਦੇ ਨੇ। ਪਰ ਉਹ ਉਦੋਂ ਅਸਤੀਫਾ ਦੇਣਗੇ ਜਦੋਂ ਉਹਨਾਂ ਨੂੰ ਲੋੜ ਹੋਊਗੀ ਕਿ ਅਸੀਂ ਅਸਤੀਫਾ ਦੇਣਾ ਹੈ, ਜਿਹੜੀ ਖਾਸ ਗੱਲ ਹੈ। ਪਰ ਰਾਜਾ ਵੜਿੰਗ ਜੀ ਇਸ ਗੱਲ ਨੂੰ ਹੁਣ ਮੁੱਦਾ ਬਣਾ ਰਹੇ ਨੇ। ਉਹ ਸੁਭਾਵਿਕ ਵੀ ਹੈ ਕਿਉਂਕਿ ਉਹ ਕਾਂਗਰਸ ਦੇ ਪ੍ਰਧਾਨ ਨੇ। ਪਰ ਕੱਲ ਰਾਜਾ ਵੜਿੰਗ ਜੀ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਇੱਕ ਸਮਾਗਮ ਦੇ ਵਿੱਚ, ਕਿਉਂਕਿ ਉਹ ਰਾਜਾ ਵੜਿੰਗ ਜੀ ਕਹਿੰਦੇ, ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ 3 ਸਾਲ ਬਾਅਦ ਬਦਲ ਦੇਣਗੇ ਕਾਂਗਰਸੀ ਵੀ ਤੁਹਾਨੂੰ, ਜਾਂ ਕਾਂਗਰਸ ਬਦਲ ਦਿੰਦੀ ਹੈ। ਤੇ ਉਹ ਕਹਿੰਦੇ ਵੀ ਮੈਂ 3 ਸਾਲਾਂ 'ਚ ਹੀ ਇੰਨਾ ਕੰਮ ਪੱਕਾ ਕਰ ਜਾਣਾ ਹੈ ਕਿ ਜੇ ਮੈਨੂੰ ਬਦਲ ਵੀ ਦੇਣਗੇ, ਹਟਾ ਵੀ ਦੇਣਗੇ, ਤੇ ਫਿਰ ਜਿਹੜੇ ਮੈਨੂੰ ਹਟਾਉਣਗੇ ਜਾਂ ਬਦਲਣਗੇ ਲੋਕ ਉਹਨਾਂ ਨੂੰ ਫੈਂਟ ਦੇਣਗੇ, ਉਹਨਾਂ ਨੂੰ ਫੈਂਟਣਗੇ। ਸੋ ਇਹ ਤਾੜੀਆਂ ਵੱਜੀਆਂ ਉਸ ਮਹਿਫਿਲ ਦੇ ਵਿੱਚ। ਇਹਦੇ ਕੋਈ ਦੋ ਰਾਏ ਨਹੀਂ ਹੈ ਕਿ ਰਾਜਾ ਵੜਿੰਗ ਕਾਂਗਰਸ ਦੇ ਬੜੇ ਤੇਜ਼ ਤਰਾਰ ਆਗੂ ਬਣ ਚੁੱਕੇ ਨੇ, ਔਰ ਚੰਗੀ ਲੀਡਰਸ਼ਿਪ ਅਗਵਾਈ ਹਾਲ ਦੇ ਸਮੇਂ ਦੇ ਵਿੱਚ ਉਹਨਾਂ ਨੇ ਦਿੱਤੀ ਹੈ। ਪਰ ਜਿਹੜੇ ਸੀਨੀਅਰ ਲੀਡਰ ਨੇ, ਉਹਨਾਂ ਨੇ ਰਾਜਾ ਵੜਿੰਗ ਦੀ ਗੱਲ ਕਿਉਂ ਨਹੀਂ ਮੰਨੀ, ਜਾਂ ਰਾਜਾ ਵੜਿੰਗ ਉਹਨਾਂ ਨੂੰ ਕਿਉਂ ਨਹੀਂ ਕਨਵਿੰਸ ਕਰ ਸਕੇ ਪਾਰਟੀ ਦੇ ਵਿੱਚ ਰਹਿਣ ਲਈ, ਇਹ ਇੱਕ ਵੱਖਰੀ ਜਾਂਚ ਦਾ ਵਿਸ਼ਾ ਹੈ। ਪਰ ਇਲਜ਼ਾਮ ਦਾ ਦੌਰ ਲੱਗ ਗਿਆ। ਰਾਜਾ ਵੜਿੰਗ ਜੀ ਵੀ ਇਹੀ ਕਹਿ ਰਹੇ ਨੇ ਕਿ ਜਿਹੜੇ ਲੋਕ ਗਏ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਡਰ ਸੀ, ਉਹ ਸੁਰੱਖਿਅਤ ਰਹਿਣਾ ਚਾਹੁੰਦੇ ਨੇ, ਕਿਤੇ ਨਾ ਕਿਤੇ ED ਦਾ ਖਤਰਾ ਹੋ ਸਕਦਾ ਹੈ। ਇਸ ਤਰੀਕੇ ਦੀਆਂ ਗੱਲਾਂ ਆਈਆਂ। ਹਾਲਾਂਕਿ ED ਦੀ ਗੱਲ ਕੱਲ ਜਿਹੜੇ ਬਲਬੀਰ ਸਿੱਧੂ ਨੇ, ਉਹਨਾਂ ਨੇ ਨਕਾਰ ਹੀ ਦਿੱਤੀ ਸੀ। ਪਰ
ਆਮ ਆਦਮੀ ਪਾਰਟੀ ਨੇ ਵੀ ਹਰਜੋਤ ਜੀ ਪ੍ਰੈਸ ਕਾਨਫਰੰਸ ਕੀਤੀ ਹੈ। ਆਮ ਆਦਮੀ ਪਾਰਟੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ। ਮਲਵਿੰਦਰ ਸਿੰਘ ਕੰਗ ਉਹਨਾਂ ਦੇ ਜਿਹੜੇ ਮੁੱਖ ਬੁਲਾਰੇ ਨੇ, ਉਹਨਾਂ ਨੇ ਸਪਸ਼ਟ ਕਹਿਤਾ ਕਿ ਜਿਹੜੇ ਲੋਕ ਸ਼ਾਮਲ ਹੋਏ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਸੀ ਵੀ ਕਿਤੇ ਉਹਨਾਂ ਦਾ ਕੋਈ ਨਾਮ ਨਾ ਕਿਸੇ ਜਾਂਚ ਆ ਜੇ, ਉਹ ਬੀਜੇਪੀ ਤਾਂ ਚਲੇ ਗਏ ਤਾਂ ਕਿ ਉਹਨਾਂ ਨੂੰ ਸੁਰੱਖਿਆ ਦਾ ਕਵਚ ਮਿਲ ਜੇ। ਔਰ ਉਹਨਾਂ ਨੇ ਬੀਜੇਪੀ ਤੇ ਵੀ ਸਵਾਲ ਖੜਾ ਕੀਤਾ ਕਿ ਬੀਜੇਪੀ ਆਪਣੇ ਆਪ ਨੂੰ ਇੱਕ ਵੱਖਰੀ ਪਾਰਟੀ ਕਹਿੰਦੀ ਸੀ। ਬੀਜੇਪੀ ਕਹਿੰਦੀ ਸੀ ਕਾਂਗਰਸ ਮੁਕਤ ਕਰਨਾ ਦੇਸ਼, ਤੇ ਉਹ ਕਹਿੰਦੇ ਕਿ ਬੀਜੇਪੀ ਹੁਣ ਆਪ ਹੀ ਕਾਂਗਰਸ ਬਣਦੀ ਜਾ ਰਹੀ ਹੈ, ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂਚਾਂ ਹੋਣਗੀਆਂ, ਔਰ ਅਗਰ ਜਾਂਚ ਦੇ ਵਿੱਚ ਇਹਨਾਂ ਲੀਡਰਾਂ ਦੇ ਕਿਸੇ ਦੇ ਨਾਮ ਹੋਏ ਤੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ। ਔਰ ਇਹਨਾਂ ਸਾਰੇ ਲੀਡਰਾਂ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਵਾਲ ਖੜੇ ਕੀਤੇ ਨੇ। ਮੈਂ ਆਪ ਨਹੀਂ ਇਲਜ਼ਾਮ ਲਾਉਂਗਾ, ਉਹਨਾਂ ਨੇ ਸਵਾਲ ਖੜੇ ਕੀਤੇ ਨੇ ਇਹਨਾਂ ਦੇ ਉੱਪਰ। ਪਰ ਹੁਣ ਦੇਖਣ ਵਾਲੀ ਗੱਲ ਇੱਥੇ ਇਹ ਹੈ ਹਰਜੋਤ ਜੀ ਕਿ ਆਮ ਆਦਮੀ ਪਾਰਟੀ 3 ਮਹੀਨੇ ਦੇ ਕਰੀਬ ਹੋਣ ਵਾਲੀ ਹੈ। ਅਗਰ ਆਮ ਆਦਮੀ ਪਾਰਟੀ ਕੋਲੇ ਇਹਨਾਂ ਲੀਡਰਾਂ ਦੇ ਖਿਲਾਫ ਸਬੂਤ ਨੇ ਜਾਂ ਹੋਰ ਲੀਡਰਾਂ ਦੇ ਖਿਲਾਫ ਸਬੂਤ ਨੇ ਤੇ ਫਿਰ ਆਮ ਆਦਮੀ ਪਾਰਟੀ ਕਾਰਵਾਈ ਕਿਉਂ ਨਹੀਂ ਕਰਦੀ? ਪਰ ਦਿੱਲੀ 'ਚ ਬੀਜੇਪੀ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਹੈ, ਔਰ ਪੰਜਾਬ 'ਚ ਬੀਜੇਪੀ ਆਮ ਆਦਮੀ ਪਾਰਟੀ ਤੇ ਖੁੱਲ੍ਹ ਕੇ ਸਿਆਸੀ ਅਟੈਕ ਕਰ ਰਹੀ ਹੈ। ਪਰ ਜਿਹੜੇ ਲੀਡਰ 4 ਗਏ ਨੇ ਉਹਨਾਂ ਦੇ ਉੱਤੇ ਬੀਜੇਪੀ ਵੀ ਅਟੈਕ ਕਰ ਰਹੀ ਹੈ, ਔਰ ਮਾਫ ਕਰਨਾ ਉਹਨਾਂ ਦੇ ਉੱਤੇ ਕਾਂਗਰਸ ਵੀ ਅਟੈਕ ਕਰ ਰਹੀ ਹੈ, ਤੇ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਉੱਤੇ ਇਲਜ਼ਾਮ ਲਾ ਰਹੀ ਹੈ ਬਹੁਤ ਜ਼ਿਆਦਾ ਗੰਭੀਰ। ਸੋ ਹੁਣ ਆਉਂਦੇ ਦਿਨਾਂ 'ਚ ਦੇਖਣ ਵਾਲੀ ਗੱਲ ਰਹੂਗੀ। ਪਰ ਇਹ ਵੀ ਕਿਹਾ ਬੀਜੇਪੀ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇਹ ਵੀ ਕਿਹਾ ਕਿ ਜਿਹੜੀ ਬੀਜੇਪੀ ਹੈ ਉਹਦੇ ਕੋਲੇ ਆਪਣੇ ਲੀਡਰ ਹੀ ਹੈ ਨਹੀਂ, ਔਰ ਉਹ ਧਾਰੇ ਲੀਡਰ ਲੈ ਰਹੇ ਨੇ। ਬਿਲਕੁਲ ਇਸ ਸਵਾਲ ਤੇ ਚਰਚਾ ਹੋਣੀ ਵੀ ਬਣ ਜਾਂਦੀ ਹੈ, ਕਿਉਂਕਿ ਭਾਵੇਂ ਕਿ ਰਾਜਾ ਵੜਿੰਗ ਅਤੇ ਆਮ ਆਦਮੀ ਪਾਰਟੀ ਭਾਜਪਾ ਉੱਪਰ ਕਈ ਇਲਜ਼ਾਮ ਲਗਾ ਰਹੇ ਨੇ, ਪਰ ਸਵਾਲ ਤਾਂ ਖੜਾ ਹੁੰਦਾ ਹੀ ਹੈ ਕਿ ਜੇਕਰ ਬੀਜੇਪੀ ਆਪਣੇ ਵੱਲੋਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਪੈਰ ਪਸਾਰਨਾ ਚਾਹੁੰਦੀ ਹੈ, ਆਪਣੀ ਲੀਡਰਸ਼ਿਪ ਬਣਾਉਣ ਵਿੱਚ ਕਿਉਂ ਨਾਕਾਮ ਦਿਖ ਰਹੀ ਹੈ? ਕਿਉਂ ਉਹ ਆਪਣੇ ਅਲੱਗ ਤੋਂ ਕੋਈ ਬੀਜੇਪੀ ਦੇ ਹੀ ਲੀਡਰ ਅੱਗੇ ਉਹਨਾਂ ਦੇ ਨਾਮ ਦੇ ਨਹੀਂ ਆ ਰਹੇ? ਕਿਉਂ ਕਾਂਗਰਸ ਪਾਰਟੀ ਤੋਂ ਇੰਨੇ ਚਿਹਰੇ ਉੱਧਰ ਲੈ ਕੇ ਗਏ ਨੇ? ਉਹ ਇੱਕ ਸਵਾਲ ਤਾਂ ਹੈ ਹੀ ਹੈ ਕਿ ਕੀ ਨਾਕਾਮ ਨਜ਼ਰ ਆ ਰਹੀ ਹੈ ਭਾਜਪਾ ਆਪਣੇ ਹੀ ਚਿਹਰੇ ਜੋ ਪਿੱਛੇ ਤੋਂ ਸ਼ੁਰੂ ਤੋਂ ਹੀ ਭਾਜਪਾ ਦੇ ਰਹੇ ਹੋਣ ਉਹਨਾਂ ਨੂੰ ਹੀ ਅੱਗੇ ਲੈ ਕੇ ਆਉਂਦੇ? ਨਹੀਂ ਦੇਖੋ, ਬੜਾ ਵਾਜਿਬ ਤੁਸੀਂ ਸਵਾਲ ਉਠਾਇਆ। ਬੀਜੇਪੀ ਪੰਜਾਬ 'ਚ ਆਪਣੀ ਲੀਡਰਸ਼ਿਪ ਡਿਵੈਲਪ ਨਹੀਂ ਕਰ ਸਕੀ। ਉਹਦੇ ਪਿੱਛੇ ਮੁੱਖ ਰੂਪ ਦੇ ਵਿੱਚ ਮੇਰਾ ਇਹ ਮੰਨਣਾ ਹੈ ਕਿ ਅਟਲ ਬਿਹਾਰੀ ਵਾਜਪਾਈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਏ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਿੱਖ ਲੀਡਰ ਦੇ ਤੌਰ ਦੇ ਉੱਤੇ ਅਗਵਾਈ ਦਿੱਤੀ, ਔਰ ਨਵਜੋਤ ਸਿੰਘ ਸਿੱਧੂ ਨੇ ਵੀ ਮਾਝਾ ਜਿੱਤ ਕੇ ਦਿੱਤਾ ਬੀਜੇਪੀ ਨੂੰ, ਪਾਰਲੀਮੈਂਟ ਦੀ ਸੀਟ ਜਿੱਤ ਕੇ ਦਿੱਤੀ ਬੀਜੇਪੀ ਨੂੰ, ਜਿਹੜੀ ਬੀਜੇਪੀ ਜਿੱਤ ਨਹੀਂ ਸੀ ਰਹੀ। ਉਹਨਾਂ ਨੇ ਸਭ ਤੋਂ ਪਹਿਲਾਂ ਰਘੁਨੰਦਨ ਲਾਲ ਭਾਟੀਆ ਜੀ ਸੀ, ਉਹਨਾਂ ਨੂੰ ਹਰਾਇਆ ਨਵਜੋਤ ਸਿੰਘ ਸਿੱਧੂ ਨੇ। ਫਿਰ ਕਈ ਲੀਡਰਾਂ ਨੂੰ ਹਰਾਇਆ, ਇੱਕ ਵਾਰੀ ਓਪੀ ਸੋਨੀ ਉਹਨਾਂ ਨੂੰ ਵੀ ਹਰਾਇਆ ਬੀਜੇਪੀ ਨੇ। ਪਰ ਜਦੋਂ ਨਵਜੋਤ ਸਿੰਘ ਸਿੱਧੂ ਦੀ ਗੱਲ ਨਹੀਂ ਸੀ ਬੀਜੇਪੀ 'ਚ ਸੁਣੀ ਜਾ ਰਹੀ, ਬੀਜੇਪੀ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀ ਸੀ? ਨੀਤੀਗਤ ਵਿਰੋਧ ਸੀ, ਕਿਉਂਕਿ ਅਕਾਲੀ ਦਲ ਚਾਹੁੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ 'ਚੋਂ ਵੱਖਰਾ ਕਰ ਦਿੱਤਾ ਜਾਵੇ, ਬਾਹਰ ਭੇਜ ਦਿੱਤਾ ਜਾਵੇ। ਨਵਜੋਤ ਸਿੰਘ ਸਿੱਧੂ ਪੰਜਾਬ ਛੱਡਣਾ ਨਹੀਂ ਸੀ ਚਾਹੁੰਦੇ, ਔਰ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਕਈ ਵਾਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਗਰ ਬੀਜੇਪੀ ਅਕਾਲੀ ਦਲ ਨੂੰ ਛੱਡ ਦੇ ਤੇ ਅਸੀਂ ਆਪਣੇ ਦਮ ਤੇ ਅੱਗੇ ਵੱਧ ਸਕਦੇ ਹਾਂ। ਪਰ ਉਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਉਦੋਂ ਲਾਲ ਕ੍ਰਿਸ਼ਨ ਅਡਵਾਨੀ ਅੱਗੇ ਸੀ, ਉਦੋਂ ਜਿਹੜੇ ਹੋਮ ਮਿਨਿਸਟਰ ਨੇ ਦੇਸ਼ ਦੇ ਰਾਜਨਾਥ ਸਿੰਘ ਉਹ ਬੀਜੇਪੀ ਦੇ ਪ੍ਰਧਾਨ ਸੀ। ਰਾਜਨਾਥ ਸਿੰਘ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਦੋਸਤੀ ਸੀ। ਫਿਰ ਅਰੁਣ ਜੇਤਲੀ ਭਾਵੇਂ ਉਦੋਂ ਵੱਡੇ ਅਹੁਦੇ ਤੇ ਸੀ ਬੀਜੇਪੀ ਦੇ ਵਿੱਚ, ਪਰ ਦਲ ਦੇ ਨਾਲ ਵੀ ਉਹਨਾਂ ਦੇ ਰਿਸ਼ਤੇ ਚੰਗੇ ਸੀ। ਔਰ ਇਸ ਕਰਕੇ ਕਦੀ ਵੀ ਜਿਹੜੀ ਬੀਜੇਪੀ ਦੀ ਹਾਈ ਕਮਾਂਡ ਸੀ, ਭਾਵੇਂ ਅਟਲ ਬਿਹਾਰੀ ਵਾਜਪਾਈ ਸੀ, ਭਾਵੇਂ ਲਾਲ ਕ੍ਰਿਸ਼ਨ ਅਡਵਾਨੀ ਸੀ, ਭਾਵੇਂ ਅਰੁਣ ਜੇਤਲੀ ਸੀ ਜਾਂ ਸੁਸ਼ਮਾ ਸਵਰਾਜ ਸੀ, ਜਦੋਂ ਵੀ ਪੰਜਾਬ ਦੇ ਲੀਡਰ ਉਹਨਾਂ ਕੋਲੇ ਜਾਂਦੇ ਸੀ ਵੀ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਜੀ, ਸਾਡਾ ਡਿਪਟੀ ਮੁੱਖ ਮੰਤਰੀ ਬਣਨਾ ਚਾਹੀਦਾ ਹੈ, ਸਾਡੇ ਨਾਲੋਂ ਵੱਧ ਅਕਾਲੀ ਲੀਡਰਾਂ ਦੀ ਸੁਣੀ ਜਾਂਦੀ ਹੈ, ਬੀਜੇਪੀ ਦੇ ਲੀਡਰਾਂ ਦੀ ਪੁੱਛ ਨਹੀਂ, ਉਹ ਵਾਪਸ ਮੋੜ ਦਿੰਦੇ ਸੀ। ਉਹ ਕਹਿੰਦੇ ਸੀ ਪ੍ਰਕਾਸ਼ ਬਾਦਲ ਅਕਾਲੀ ਦਲ ਸਾਡੀ ਭਾਈਵਾਲ ਪਾਰਟੀ ਹੈ, 9 ਮਾਸ ਦਾ ਰਿਸ਼ਤਾ ਹੈ। ਸੋ ਜਿੰਨੀ ਦੇਰ ਪ੍ਰਕਾਸ਼ ਸਿੰਘ ਬਾਦਲ ਰਹੇ ਉਹਨਾਂ ਨੇ ਬੀਜੇਪੀ ਦੀ ਲੀਡਰਸ਼ਿਪ ਦੇ ਨਾਲ ਸਰਗਰਮ ਰਹੇ, ਜਿੰਨੀ ਦੇਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਬੀਜੇਪੀ ਦੀ ਵੱਡੀ ਲੀਡਰਸ਼ਿਪ ਦੇ ਨਾਲ ਇੰਨੇ ਮੁਹੱਬਤ ਵਾਲੇ ਰਿਸ਼ਤੇ ਰੱਖੇ ਕਿ ਉਹਨਾਂ ਨੇ ਕਦੀ ਵੀ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਨਹੀਂ ਆਉਣ ਦਿੱਤਾ ਬੀਜੇਪੀ 'ਚ ਖੁੱਲ ਕੇ। ਪਰ ਬੀਜੇਪੀ ਨੇ ਨਵਜੋਤ ਸਿੰਘ ਸਿੱਧੂ ਦੀ ਗੱਲ ਮੰਨੀ ਨਹੀਂ। ਔਰ ਜਦੋਂ ਅਕਾਲੀ ਦਲ ਨੇ ਇਹ ਕਿਹਾ ਵੀ ਅਰੁਣ ਜੇਤਲੀ ਜੀ ਨੂੰ ਅਸੀਂ ਲੜਾਉਣਾ ਚਾਹੁੰਦੇ ਹਾਂ ਤੇ ਤੁਸੀਂ ਸਿਰਫ ਕਾਗਜ਼ ਭਰ ਜਾਓ,
ਤੇ ਅਸੀਂ ਸੀਟ ਤੁਹਾਡੀ ਝੋਲੀ ਪਾਵਾਂਗੇ, ਦਿੱਲੀ ਆ ਕੇ ਦੇ ਜਾਾਂਗੇ ਸਰਟੀਫਿਕੇਟ। ਤੇ ਬਾਅਦ ਦੇ ਵਿੱਚ ਅਕਾਲੀ ਦਲ ਦੀ ਸਿਆਸੀ ਤੌਰ ਤੇ ਬੜੀ ਬਦਨਾਮੀ ਹੋਈ, ਕਿਉਂਕਿ ਅਰੁਣ ਜੇਤਲੀ ਨੂੰ ਜਿਤਾ ਹੀ ਨਹੀਂ ਸਕੇ ਅਕਾਲੀ ਦਲ ਵਾਲੇ। ਔਰ ਉਦੋਂ ਨਵਜੋਤ ਸਿੰਘ ਸਿੱਧੂ ਚਲੇ ਗਏ ਸੀ ਬਾਹਰ, ਔਰ ਉਦੋਂ ਕੈਪਟਨ ਅਮਰਿੰਦਰ ਸਿੰਘ ਇਸੇ ਕਰਕੇ ਜਿੱਤੇ ਸੀ ਵੀ ਨਵਜੋਤ ਸਿੰਘ ਸਿੱਧੂ ਜੀ ਸਾਇਲੈਂਟ ਹੋ ਗਏ ਸੀ ਤੇ ਕੈਪਟਨ ਅਮਰਿੰਦਰ ਚੰਗੀਆਂ ਵੋਟਾਂ ਨਾਲ ਜਿੱਤੇ ਸੀ ਤੇ ਅਰੁਣ ਜੇਤਲੀ ਹਾਰ ਗਏ। ਔਰ ਹੁਣ ਇਸ ਤੋਂ ਪਹਿਲਾਂ ਅਵਿਨਾਸ਼ ਰਾਏ ਖੰਨਾ, ਬੀਜੇਪੀ ਦੇ ਉਹ ਵੀ ਬਹੁਤ ਵੱਡੇ ਲੀਡਰ ਸੀ। ਅਵਿਨਾਸ਼ ਰਾਏ ਖੰਨਾ, ਅਵਿਨਾਸ਼ ਰਾਏ ਨੂੰ ਭਾਰਤੀ ਜਨਤਾ ਪਾਰਟੀ ਹੁਣ ਜੰਮੂ ਕਸ਼ਮੀਰ ਦੇ ਪ੍ਰਭਾਰੀ ਨੇ, ਉਹਨਾਂ ਨੂੰ ਸਮੇਂ-ਸਮੇਂ ਤੇ ਦੂਜੇ ਸੂਬਿਆਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ। ਔਰ ਅਵਿਨਾਸ਼ ਰਾਏ ਖੰਨਾ ਦੀ ਵੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਚੰਗੀ ਟਿਊਨਿੰਗ ਸੀ। ਅਵਿਨਾਸ਼ ਰਾਏ ਖੰਨਾ ਪੰਜਾਬ ਚੋਂ ਬਾਹਰ ਚਲੇ ਗਏ, ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਕਦੀ ਸੂਬੇ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਮੇਰਾ ਅੱਜ ਵੀ ਮੰਨਣਾ ਹੈ ਕਿ ਅਵਿਨਾਸ਼ ਰਾਏ ਖੰਨਾ ਇੱਕ ਵੱਡੇ ਸਾਡੇ ਹਿੰਦੂ ਲੀਡਰ ਨੇ। ਪੰਜਾਬ ਹੈ, ਇੱਥੇ ਹਿੰਦੂ ਲੀਡਰ ਹੋਵੇ, ਸਿੱਖ ਲੀਡਰ ਹੋਵੇ, ਸਾਰੇ ਆਪਸ 'ਚ ਬੜੇ ਜੁੜੇ ਹੋਏ ਨੇ। ਪਰ ਅਵਿਨਾਸ਼ ਰਾਏ ਖੰਨਾ ਇੱਕ ਵੱਡੇ ਲੀਡਰ ਨੇ ਔਰ ਅਵਿਨਾਸ਼ ਰਾਏ ਖੰਨਾ ਦਾ ਸਾਰੇ ਭਾਈਚਾਰਿਆਂ 'ਚ ਸਤਿਕਾਰ ਹੈ। ਜਿਵੇਂ ਅਟਲ ਬਿਹਾਰੀ ਵਾਜਪੇਈ, ਉਹਨਾਂ ਨੂੰ ਸਾਰੀ ਸਿੱਖ ਲੀਡਰਸ਼ਿਪ ਪਸੰਦ ਕਰਦੀ ਸੀ। ਜਿਵੇਂ ਡਾਕਟਰ ਮਨਮੋਹਨ ਸਿੰਘ ਹੈ, ਉਹਨਾਂ ਨੂੰ ਦੇਸ਼ ਦੀ ਹਿੰਦੂ ਲੀਡਰਸ਼ਿਪ ਪਸੰਦ ਕਰਦੀ ਸੀ। ਜਿਵੇਂ ਸਾਡੇ ਰਾਸ਼ਟਰਪਤੀ ਸੀ ਡਾਕਟਰ ਅਬਦੁਲ ਕਲਾਮ, ਉਹਨਾਂ ਨੂੰ ਸਾਡੇ ਸਾਰੇ ਭਾਈਚਾਰਿਆਂ ਦੀ ਲੀਡਰਸ਼ਿਪ ਪਸੰਦ ਕਰਦੀ ਸੀ। ਇਸੇ ਤਰ੍ਹਾਂ ਅਟਲ ਬਿਹਾਰੀ ਵਾਜਪੇਈ ਦਾ ਪੰਜਾਬ 'ਚ ਸਿੱਖ ਲੀਡਰਸ਼ਿਪ 'ਚ ਵੀ ਬੜਾ ਸਤਿਕਾਰ ਸੀ, ਸਾਰੀਆਂ ਲੀਡਰਸ਼ਿਪ 'ਚ ਸੀ। ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਵੀ ਇੱਕ ਸੈਕੂਲਰ ਇਮੇਜ ਰੱਖਦੇ ਨੇ, ਭਾਵੇਂ ਕੋਈ ਭਾਈਚਾਰਾ ਹੋਵੇ, ਨਵਜੋਤ ਸਿੰਘ ਸਿੱਧੂ ਨੂੰ ਉਹ ਪਸੰਦ ਕਰਦੇ, ਸਾਰੇ ਪਸੰਦ ਕਰਦੇ ਨੇ। ਇਸੇ ਤਰ੍ਹਾਂ ਅਵਿਨਾਸ਼ ਰਾਏ ਖੰਨਾ ਇੱਕ ਸੈਕੂਲਰ ਲੀਡਰ ਨੇ। ਔਰ ਅਗਰ ਭਾਰਤੀ ਜਨਤਾ ਪਾਰਟੀ, ਹੁਣ ਨਵਜੋਤ ਸਿੰਘ ਸਿੱਧੂ ਤਾਂ ਨਹੀਂ ਨੇ ਬੀਜੇਪੀ 'ਚ, ਅਗਰ ਭਾਰਤੀ ਜਨਤਾ ਪਾਰਟੀ ਅੱਜ ਵੀ ਅਵਿਨਾਸ਼ ਰਾਏ ਖੰਨੇ ਦਾ ਚਿਹਰਾ ਪੰਜਾਬ ਦੇ ਵਿੱਚ ਅੱਗੇ ਰੱਖੇ, ਹਾਲਾਂਕਿ ਉਹ ਤਾਂ ਹੁਣ ਉਸ ਪੱਧਰ ਤੇ ਪਹੁੰਚ ਗਏ ਨੇ ਕਿ ਉਹ ਕੌਮੀ ਪ੍ਰਧਾਨ ਵੀ ਬਣ ਸਕਦੇ ਨੇ ਆਉਂਦੇ ਸਮੇਂ 'ਚ ਭਾਰਤੀ ਜਨਤਾ ਪਾਰਟੀ ਦੇ। ਪਰ ਜੇ ਪੰਜਾਬ 'ਚ ਬੀਜੇਪੀ ਨੇ ਆਪਣੇ ਦਮ ਤੇ ਅੱਗੇ ਵਧਣਾ ਹੈ ਤੇ ਅਗਰ ਅਵਿਨਾਸ਼ ਰਾਏ ਖੰਨਾ ਨੂੰ ਹੁਣ ਵੀ ਉਹ ਅੱਗੇ ਲਿਆਉਣ ਤੇ ਬੀਜੇਪੀ ਨੂੰ ਬਹੁਤ ਵੱਡੀ ਤਾਕਤ ਪੰਜਾਬ 'ਚ ਮਿਲੂਗੀ, ਕਿਉਂਕਿ ਬਹੁਤ ਸਤਿਕਾਰ ਕਰਦੇ ਨੇ ਲੋਕ ਅਵਿਨਾਸ਼ ਰਾਏ ਖੰਨਾ ਉਹਨਾਂ ਦਾ। ਬੜੇ ਸਾਦੇ ਔਰ ਇਮਾਨਦਾਰ ਲੀਡਰ ਨੇ ਅਵਿਨਾਸ਼ ਰਾਏ ਖੰਨਾ। ਸੋ ਬੀਜੇਪੀ ਨੇ ਅਕਾਲੀ ਦਲ ਨਾਲ ਜਿੰਨੀ ਦੇਰ ਸਾਥ ਰਿਹਾ ਹਰਜੋਤ ਜੀ, ਉਨੀ ਦੇਰ ਬੀਜੇਪੀ ਆਪਣੀ ਲੀਡਰਸ਼ਿਪ ਨੂੰ ਡਿਵੈਲਪ ਨਹੀਂ ਕਰ ਸਕੀ। ਔਰ ਨਵਜੋਤ ਸਿੰਘ ਸਿੱਧੂ ਔਰ ਅਵਿਨਾਸ਼ ਰਾਏ ਖੰਨਾ, ਇਹਨਾਂ ਦੋਨਾਂ ਕੋਲੇ ਤਾਕਤ ਸੀ ਕਿ ਇਹ ਪੰਜਾਬ 'ਚ ਆਪਣੇ ਦਮ ਤੇ ਬੀਜੇਪੀ ਖੜੀ ਕਰ ਸਕਦੇ ਸੀ। ਪਰ ਕੇਂਦਰੀ ਲੀਡਰਸ਼ਿਪ ਨੇ ਸਿੱਧੂ ਦੀ ਸੁਣੀ ਨਹੀਂ ਔਰ ਨਵਜੋਤ ਸਿੰਘ ਸਿੱਧੂ ਪਾਰਟੀ ਬਦਲ ਲਈ, ਕਾਂਗਰਸ ਚਲੇ ਗਏ। ਔਰ ਅਵਿਨਾਸ਼ ਰਾਏ ਖੰਨਾ ਦੇਸ਼ ਦੇ ਬੀਜੇਪੀ ਦੇ ਸੰਗਠਨ ਦੇ ਵਿੱਚ ਕੰਮ ਕਰ ਰਹੇ ਨੇ। ਜੀ ਬਿਲਕੁਲ। ਸੋ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਵਿਸਥਾਰ ਵਿੱਚ ਦੱਸਿਆ ਤਾਂ ਸਾਫ਼ ਜ਼ਾਹਿਰ ਇਹੀ ਹੁੰਦਾ ਕਿ ਚਾਹੇ ਕਿ ਵੱਖ-ਵੱਖ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਪਰ ਸਿਆਸਤ ਕਰਦੀਆਂ ਨੇ, ਪਰ ਇੱਕ ਅੰਦਰੂਨੀ ਸਿਆਸਤ ਪਾਰਟੀਆਂ ਦੇ ਵਿੱਚ ਵੀ ਚੱਲਦੀ ਹੈ। ਜੀ ਬਿਲਕੁਲ। ਔਰ ਅਗਰ ਬੀਜੇਪੀ ਨੇ ਪੰਜਾਬ 'ਚ ਕੋਈ ਵੱਡਾ ਲੀਡਰ ਅੱਗੇ ਰੱਖਿਆ ਹੁੰਦਾ, ਅਵਿਨਾਸ਼ ਰਾਏ ਖੰਨੇ ਵਰਗੇ ਲੀਡਰ ਜਾਂ ਨਵਜੋਤ ਸਿੰਘ ਸਿੱਧੂ ਵਰਗੇ ਲੀਡਰ, ਤੇ ਬੀਜੇਪੀ ਨੂੰ ਕਿਸਾਨ ਅੰਦੋਲਨ 'ਚ ਇੰਨੀ ਨਮੋਸ਼ੀ ਨਹੀਂ ਸੀ ਸਹਿਣੀ ਪੈਣੀ, ਕਿਉਂਕਿ ਬੀਜੇਪੀ ਦਾ ਕੋਈ ਵੀ ਵੱਡਾ ਲੀਡਰ ਹੈ ਉਹ ਪੰਜਾਬ ਦੇ ਕਿਸਾਨਾਂ ਦਾ ਮੁਲਾਕਾਤ ਕਰਾ ਸਕਦਾ ਸੀ ਪ੍ਰਧਾਨ ਮੰਤਰੀ ਸਾਹਿਬ ਨਾਲ। ਹੁਣ ਬਿਲਕੁਲ ਸੁਨੀਲ ਜਾਖੜ ਕਾਂਗਰਸ ਚੋਂ ਉਹਨਾਂ ਨੂੰ ਅਹੁਦਿਆਂ ਤੋਂ ਵੱਖ ਕਰਤਾ ਸੀ, ਜਿਹੜੇ ਉਹਨਾਂ ਕੋਲ ਹੈ ਨਹੀਂ ਸੀ, ਉਹਨਾਂ ਨੂੰ ਮੁਅੱਤਲ ਤਾਂ ਨਹੀਂ ਕੀਤਾ, ਪਰ ਨਾਰਾਜ਼ ਹੋ ਗਏ ਸੁਨੀਲ ਜਾਖੜ। ਤੇ ਹੁਣ ਸੁਨੀਲ ਜਾਖੜ ਨੂੰ ਬੀਜੇਪੀ ਜ਼ਰੂਰ ਲੈ ਗਈ, ਲੇਕਿਨ ਸੁਨੀਲ ਜਾਖੜ ਵੀ ਜਦੋਂ ਕੈਪਟਨ ਅਮਰਿੰਦਰ ਦੇ ਹੁੰਦੇ 4.5 ਸਾਲ ਕਾਂਗਰਸ ਦੇ ਪ੍ਰਧਾਨ ਰਹੇ, ਸੁਨੀਲ ਜਾਖੜ ਵੀ ਕੋਈ ਬਹੁਤ ਪ੍ਰਭਾਵੀ ਪ੍ਰਧਾਨ ਨਹੀਂ ਰਹੇ ਪੰਜਾਬ ਦੇ ਵਿੱਚ ਕਾਂਗਰਸ ਦੇ। ਔਰ ਅੱਜ ਵੀ ਸੁਨੀਲ ਜਾਖੜ ਦੇ ਨਾਲ ਵੀ ਬੀਜੇਪੀ ਨੂੰ ਕੋਈ ਬਹੁਤਾ ਜ਼ਿਆਦਾ ਇੱਕ ਬਹੁਤ ਵੱਡੇ ਕੱਦ ਦਾ ਲੀਡਰ ਨਹੀਂ ਮੈਂ ਕਹਿ ਸਕਦਾ ਕਿ ਮਿਲ ਗਿਆ। ਹਾਂ, ਸੁਨੀਲ ਜਾਖੜ ਦੀ ਕੱਦ ਸਨਮਾਨਜਨਕ ਹੈ, ਪਰ ਉਹ ਆਪਣੇ ਦਮ ਤੇ ਪੰਜਾਬ 'ਚ ਬੀਜੇਪੀ ਨੂੰ 13 ਸੀਟਾਂ ਜਿਤਾ ਦੇਣ ਜਾਂ ਵਿਧਾਨ ਸਭਾ ਦੀ ਚੋਣ ਜਿਤਾ ਦੇਣ, ਉਹਦੇ ਲਈ ਸੁਨੀਲ ਜਾਖੜ ਜੀ ਨੂੰ ਕਈ ਟੈਸਟ ਦੇਣੇ ਪੈਣਗੇ, ਅਗਨੀ ਪ੍ਰੀਖਿਆ ਦੇਣੀ ਪਊਗੀ। ਪਹਿਲਾਂ ਤਾਂ ਉਹਨਾਂ ਨੂੰ ਖੁਦ ਲੋਕ ਸਭਾ ਦੀ ਸੀਟ ਜਿੱਤਣੀ ਪਊਗੀ। ਅਗਰ ਉਹ ਚੋਣਾਂ ਲੜਦੇ ਨੇ ਤਾਂ ਉਹ ਇੱਕ ਜੇਤੂ ਲੀਡਰ ਦੇ ਤੌਰ ਦੇ ਉੱਤੇ ਉਭਰਨਗੇ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਸੋ ਇੱਕ ਇਸੇ ਆਪਾਂ ਹੁਣ ਜੋ ਤਸਵੀਰ ਸਾਫ਼ ਕਰ ਲਈਏ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਵੀ, ਕਿ ਕਾਂਗਰਸ ਵੱਲੋਂ ਦਲਬੀਰ ਗੋਲਡੀ ਅਤੇ ਬੀਜੇਪੀ ਵੱਲੋਂ ਕੇਵਲ ਢਿੱਲੋਂ ਨੇ ਵੀ ਨਾਮਜ਼ਦਗੀ ਪੱਤਰ ਭਰ ਦਿੱਤੇ ਨੇ। ਤੇ ਜੇਕਰ ਅਸੀਂ ਕੇਵਲ ਢਿੱਲੋਂ ਦੀ ਗੱਲ ਕਰੀਏ 2019 ਚੋਣਾਂ ਵਿੱਚ ਦੂਜੇ ਨੰਬਰ ਤੇ ਰਹੇ ਸੀ, ਪਰ ਅਗਰ ਆਪਾਂ ਹੁਣ ਸਾਰੀ ਪਾਰਟੀਆਂ ਦਾ ਦੇਖੀਏ, ਕਾਂਗਰਸ ਤੋਂ ਦਲਬੀਰ ਗੋਲਡੀ ਨੇ, ਆਮ ਆਦਮੀ ਪਾਰਟੀ ਤੋਂ ਗੁਰਮੇਲ ਸਿੰਘ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਜੋ ਸਾਂਝੇ ਪੰਥਕ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ, ਬੀਜੇਪੀ ਤੋਂ ਕੇਵਲ ਢਿੱਲੋਂ, ਸਾਰੀ ਤਸਵੀਰਾਂ ਹੁਣ ਅਧਿਕਾਰਿਤ ਤੌਰ ਤੇ ਕਲੀਅਰ ਹੋ ਚੁੱਕੀਆਂ ਨੇ। ਤੇ ਕਿਸ ਤਰੀਕੇ ਦਾ ਮੁਕਾਬਲਾ ਹੁਣ ਤੁਸੀਂ ਦੇਖਦੇ ਹੋ
ਕਿੱਧਰ ਚਾਂਸਸ ਲੱਗ ਰਹੇ ਨੇ, ਜਾਂ ਫਿਰ ਆਪਾਂ ਇਹੀ ਗੱਲ ਕਹੀਏ ਕਿ ਇਹਨਾਂ ਚੋਣਾਂ ਦੇ ਨਤੀਜੇ ਆਪਾਂ ਬਿਲਕੁਲ ਅੰਦਾਜ਼ਾ ਨਹੀਂ ਲਗਾ ਸਕਦੇ ਪਹਿਲਾਂ? ਬਿਲਕੁਲ, ਅੱਜ ਦਾ ਸਮਾਂ ਜਿਹੜਾ ਇਹਨਾਂ ਚੋਣਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹਾਲਾਂਕਿ ਮੈਂ ਕਈ ਲੋਕ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਨੇ ਕਿ ਜੀ ਇਹਨਾਂ ਦਾ ਤਾਂ ਮੁਕਾਬਲਾ ਹੀ ਕੋਈ ਨਹੀਂ, ਇਹਨਾਂ ਦੇ ਸਾਹਮਣੇ ਟਿਕਣਾ ਕੋਈ ਨਹੀਂ। ਦੇਖੋ, ਜਿਹੜਾ ਆਮ ਵੋਟਰ ਹੈ ਉਹਦੇ ਮਨ ਨੂੰ ਟੋਣਾ, ਉਹਦੇ ਮਨ ਨੂੰ ਸਮਝਣਾ ਬਹੁਤ ਆਸਾਨ ਹੈ। ਆਸਾਨ ਨਹੀਂ ਅੱਜ ਦੇ ਸਮੇਂ। ਅੱਜ ਮੈਂ ਇਹ ਦੇਖਦਾ ਕਿ ਜਦੋਂ ਪਿਛਲੀ ਵਾਰੀ ਮੁਕਾਬਲਾ ਹੋਇਆ ਸੀ ਭਗਵੰਤ ਮਾਨ ਦੇ ਨਾਲ, ਕੇਵਲ ਢਿੱਲੋਂ ਦੂਸਰੇ ਨੰਬਰ ਤੇ ਰਹੇ ਸੀ। ਉਦੋਂ ਕੇਵਲ ਢਿੱਲੋਂ ਕਾਂਗਰਸ ਤੋਂ ਖੜੇ ਸੀ, ਔਰ ਉਦੋਂ ਭਗਵੰਤ ਮਾਨ ਨੂੰ ਹਰਾਉਣਾ ਬੜਾ ਔਖਾ ਸੀ, ਔਰ ਭਗਵੰਤ ਮਾਨ ਜਿੱਤੇ ਸੀ। ਅੱਜ ਜਿਹੜੀ ਸਥਿਤੀ ਆ, ਅੱਜ 5 ਧਿਰਾਂ ਮੁਕਾਬਲੇ 'ਚ ਨੇ ਮੁੱਖ ਰੂਪ 'ਚ, ਔਰ ਕਈ ਲੋਕ ਆਜ਼ਾਦ ਵੀ ਨੇ, ਉਹਨਾਂ ਦੇ ਵੇਰਵੇ ਵੀ ਆ ਗਏ। ਤੁਸੀਂ ਦੇਖੋ ਵੀ ਕਮਲਜੀਤ ਕੌਰ ਨੇ ਅਕਾਲੀ ਦਲ ਵੱਲੋਂ, ਸੰਯੁਕਤ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਦਿੱਤਾ, ਔਰ ਕਾਂਗਰਸ ਨੇ ਦਲਬੀਰ ਗੋਲਡੀ ਨੂੰ ਲਿਆਂਦਾ, ਆਮ ਆਦਮੀ ਗੁਰਮੇਲ ਸਿੰਘ ਉਹਨਾਂ ਨੂੰ ਲੈ ਕੇ ਆਏ ਨੇ, ਅਕਾਲੀ ਦਲ ਤੋਂ ਸਿਮਰਜੀਤ ਸਿੰਘ ਮਾਨ ਇੱਥੋਂ ਪਹਿਲਾਂ ਵੀ ਐਮਪੀ ਰਹਿ ਚੁੱਕੇ ਨੇ, ਔਰ ਪਿੱਛੇ ਜਿਹੜੀ ਅਮਰਗੜ੍ਹ ਦੀ ਚੋਣ ਹੋਈ ਹੈ ਜਿੱਥੇ ਸਿਮਰਜੀਤ ਸਿੰਘ ਮਾਨ ਲੜੇ, ਥੋੜੀਆਂ ਜਿਹੀਆਂ ਵੋਟਾਂ ਤੋਂ ਹਾਰੇ, ਦੂਜੇ ਨੰਬਰ ਤੇ ਉੱਥੇ ਹੋ ਰਹੇ ਸੀ। ਸੋ ਸਿਮਰਜੀਤ ਸਿੰਘ ਮਾਨ ਨੂੰ ਵੀ ਅਸੀਂ ਕਮਜ਼ੋਰ ਲੀਡਰ ਨਹੀਂ ਸਮਝ ਸਕਦੇ। ਬੀਬੀ ਕਮਲਦੀਪ ਕੌਰ ਰਾਜਵਾਣੇ ਨੂੰ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ, ਕਿਉਂਕਿ ਉਹ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਨੇ, ਪੰਥਕ ਧਿਰਾਂ ਨੂੰ ਰਿਪਰੈਜ਼ੈਂਟ ਕਰਦੇ ਨੇ। ਔਰ ਇਸ ਵਾਰ ਮੈਨੂੰ ਇਹ ਨਹੀਂ ਲੱਗਦਾ ਹਰਜੋਤ ਜੀ ਕਿ ਇੱਕ ਪਾਸੜ ਵੋਟ ਪਊਗੀ। ਇਸ ਵਾਰ ਇੱਕ ਪਾਸੜ ਵੋਟ ਪੈਣ ਦੀ ਮੈਨੂੰ ਸੰਭਾਵਨਾ ਨਹੀਂ ਲੱਗਦੀ। ਪੈ ਜੇ ਇੱਕ ਪਾਸੜ ਵੋਟ, ਉਹ ਲੋਕਾਂ ਦਾ ਫੈਸਲਾ ਹੈ, ਲੇਕਿਨ ਅਗਰ ਲੋਕ ਮੁੱਦਿਆਂ ਨੂੰ ਸਮਝ ਕੇ ਵੋਟਾਂ ਪਾਉਣਗੇ ਤਾਂ ਇੱਕ ਪਾਸੇ ਨਹੀਂ ਪੈਣੀ। ਅਗਰ ਲੋਕ ਭਾਵਨਾਵਾਂ 'ਚ ਪਾਉਣਗੇ ਤਾਂ ਫਿਰ ਉਹ ਕਿਸੇ ਪਾਸੇ ਵੀ ਪਾ ਸਕਦੇ ਨੇ। ਫਿਰ ਤਾਂ ਜਿੱਧਰ ਮਰਜ਼ੀ ਆਪਣੀਆਂ ਭਾਵਨਾਵਾਂ ਦਾ ਵੇਗ ਹੈ ਜਿਹੜਾ ਉਹ ਬੰਦਾ ਬਹਾ ਸਕਦਾ ਹੈ। ਭਾਵਨਾਵਾਂ ਕਾਫੀ ਹੱਦ ਤੱਕ ਮਨੁੱਖ ਕੰਟਰੋਲ ਕਰ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਅਗਰ ਮੁੱਦਿਆਂ ਨੂੰ ਲੋਕ ਸਮਝ ਕੇ ਆਧਾਰ ਮੰਨ ਕੇ ਵੋਟਾਂ ਪਾਉਂਦੇ ਨੇ, ਫਿਰ ਕੀ ਹੋਊਗਾ? ਫਿਰ ਮੁਕਾਬਲਾ ਹੋਊਗਾ। ਔਰ ਤੁਸੀਂ ਨਾ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਹਿ ਸਕਦੇ ਹੋ, ਤੁਸੀਂ ਨਾ ਕੇਵਲ ਢਿੱਲੋਂ ਨੂੰ ਕਮਜ਼ੋਰ ਕਹਿ ਸਕਦੇ ਹੋ, ਤੁਸੀਂ ਨਾ ਸਿਮਰਜੀਤ ਸਿੰਘ ਮਾਨ ਨੂੰ ਕਮਜ਼ੋਰ ਕਹਿ ਸਕਦੇ ਹੋ, ਨਾ ਅਕਾਲੀ ਦਲ ਨੂੰ ਕਮਜ਼ੋਰ ਕਹਿ ਸਕਦੇ ਹੋ, ਤੇ ਨਾ ਕਾਂਗਰਸ ਨੂੰ ਕਮਜ਼ੋਰ ਕਹਿ ਸਕਦੇ ਹੋ। ਕਿਉਂ? ਕਿਉਂਕਿ 15 ਲੱਖ ਤੋਂ ਵੱਧ ਵੋਟਾਂ ਨੇ, 5 ਧਿਰਾਂ ਮੁੱਖ ਨੇ, ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੋਕ ਨੇ, ਉਹਨਾਂ ਦੇ ਮੈਂ ਨਾਂ ਨਹੀਂ ਜਾਣਦਾ, ਇਸ ਕਰਕੇ ਮੈਂ ਜ਼ਿਕਰ ਨਹੀਂ ਕਰ ਰਿਹਾ। ਕਿਸੇ ਨੂੰ ਕਮਜ਼ੋਰ ਨਾ ਸਮਝੀਏ। ਕਈ ਵਾਰੀ ਆਜ਼ਾਦ ਲੋਕ ਜਿੱਤ ਜਾਂਦੇ ਨੇ, ਉਹਨਾਂ ਦਾ ਮਾਹੌਲ ਬਣ ਜਾਂਦਾ ਹੈ। ਸਿੱਧੂ ਮੂਸੇਵਾਲੇ ਦਾ ਫੈਕਟਰ ਹੈ, ਧਰਨੇ ਪ੍ਰਦਰਸ਼ਨ ਦਾ ਫੈਕਟਰ ਹੈ। ਅੱਜ ਵੀ ਬਰਨਾਲੇ ਧਰਨੇ ਪ੍ਰਦਰਸ਼ਨ ਹੋਏ, ਹਰ ਰੋਜ਼ ਧਰਨੇ ਪ੍ਰਦਰਸ਼ਨ ਹੋ ਰਹੇ ਨੇ, ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਸੋ ਬਹੁਤ ਸਾਰੇ ਫੈਕਟਰ ਨੇ। ਔਰ ਕੇਵਲ ਢਿੱਲੋਂ ਦੂਜੇ ਨੰਬਰ ਤੇ ਰਹੇ ਸੀ ਜਦੋਂ ਕਾਂਗਰਸ 'ਚ ਸੀ ਭਗਵੰਤ ਮਾਨ ਦੇ ਸਾਹਮਣੇ। ਤੇ ਹੁਣ ਅਗਰ ਕੇਵਲ ਢਿੱਲੋਂ ਬਹੁਤ ਵੱਡੀ ਗਿਣਤੀ 'ਚ ਕਾਂਗਰਸੀਆਂ ਨੂੰ ਨਾਲ ਸ਼ਾਮਲ ਕਰਾ ਗਏ, ਉਹਦੀ ਸੰਭਾਵਨਾ, ਅਗਰ ਬਹੁਤ ਵੱਡੀ ਗਿਣਤੀ 'ਚ ਕਾਂਗਰਸੀਆਂ ਨੂੰ ਸ਼ਾਮਲ ਕਰਾ ਗਏ, ਔਰ ਜਿੰਨੇ ਮੰਤਰੀ ਸ਼ਾਮਲ ਹੋਏ ਨੇ ਹੁਣ ਬੀਜੇਪੀ 'ਚ, ਹਰਜੋਤ ਜੀ ਉਹਨਾਂ ਅੱਗੇ ਚੁਣੌਤੀ ਹੈ। ਸਾਰਿਆਂ ਨੇ ਡੇਰਾ ਲਾ ਲਿਆ ਸੰਗਰੂਰ। ਅਗਰ ਸੁਨੀਲ ਜਾਖੜ ਜੀ, 4 ਮੰਤਰੀ, ਅਗਰ ਕੇਵਲ ਢਿੱਲੋਂ ਜੀ ਨੂੰ ਉਹ ਮੁਕਾਬਲੇ 'ਚ ਹੀ ਨਾ ਲਿਆ ਸਕੇ, ਤੇ ਫਿਰ ਉਹਨਾਂ ਦੇ ਬੀਜੇਪੀ 'ਚ ਜਾਣ ਦਾ ਜਿਹੜਾ ਰਿਜ਼ਲਟ ਕੱਢਣਾ ਲੋਕਾਂ ਨੇ, ਉਹ ਇਹੀ ਕੱਢਣਾ ਵੀ ਇਹਨਾਂ ਦੇ ਜਾਣ ਦਾ ਕੋਈ ਫਰਕ ਨਹੀਂ ਪਿਆ। ਜੀ 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 ਵੀ ਹੈ ਨਹੀਂ। ਇਹ ਪਹਿਲੀ ਵਾਰੀ ਹੈ ਜਦੋਂ ਨਵਜੋਤ ਸਿੱਧੂ ਪਿਛਲੇ 15-20 ਸਾਲਾਂ ਤੋਂ ਪੰਜਾਬ ਦੀ ਕਿਸੇ ਚੋਣ 'ਚ ਸਰਗਰਮ ਨਹੀਂ ਹੁੰਦੇ। ਅਗਰ ਦੇਖੋ, ਨਵਜੋਤ ਸਿੰਘ ਸਿੱਧੂ ਤਾਂ ਕੇਵਲ ਢਿੱਲੋਂ ਉਹਨਾਂ ਨੂੰ ਕਾਂਗਰਸ ਤੋਂ ਵਿਧਾਨ ਸਭਾ ਦੀ ਟਿਕਟ ਦੇਣ ਦੇ ਹੱਕਦਾਰ ਸੀਗੇ, ਉਹ ਮੰਨਦੇ ਸੀ ਕੇਵਲ ਚੰਗਾ ਉਮੀਦਵਾਰ। ਪਰ ਕੇਵਲ ਢਿੱਲੋਂ ਦਾ ਵੀ ਆਧਾਰ ਚੰਗਾ ਹੈ, ਜਿਵੇਂ ਸਿਮਰਜੀਤ ਸਿੰਘ ਮਾਨ ਦਾ, ਬੀਬੀ ਕਮਲਦੀਪ ਕੌਰ ਦੇ ਨਾਲ ਅਕਾਲੀ ਦਲ ਦਾ ਜੀ, ਜਾਂ ਜਿਵੇਂ ਕਾਂਗਰਸ ਦੇ ਦਲਬੀਰ ਗੋਲਡੀ ਦਾ। ਕਾਂਗਰਸ ਕਹਿੰਦੀ ਸਾਡੇ ਉੱਥੇ ਬਹੁਤ ਵੋਟ ਬੈਂਕ ਹੈ। ਕੇਵਲ ਢਿੱਲੋਂ ਵੀ ਬਹੁਤ ਸਾਰੇ ਸਥਾਨਕ ਕਾਂਗਰਸੀ ਲੀਡਰਾਂ ਨੂੰ ਨਾਲ ਲੈ ਜਾਣਗੇ। ਜੇ ਭਗਵੰਤ ਮਾਨ ਦਾ ਹਲਕਾ ਹੈ, ਲੋਕਾਂ ਨੂੰ ਭਗਵੰਤ ਮਾਨ ਨਾਲ ਪਿਆਰ ਹੈ, ਆਪ ਦੀ ਸਰਕਾਰ ਹੈ, ਤੇ ਫਿਰ ਕੋਈ ਵੀ ਫੈਕਟਰ ਹੈ ਜਿਹੜਾ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬੀਜੇਪੀ ਦਾ ਵੋਟ ਬੈਂਕ ਵੀ ਹੈ। ਪਰ ਅਗਰ 5 ਕੋਣੀ ਮੁਕਾਬਲਾ ਹੋ ਗਿਆ ਹਰਜੋਤ ਜੀ, ਫਿਰ ਰਿਜ਼ਲਟ ਕੋਈ ਵੀ ਹੋ ਸਕਦਾ। ਕਿਸੇ ਨੂੰ ਕਮਜ਼ੋਰ ਅੱਜ ਦੀ ਸਥਿਤੀ 'ਚ ਨਹੀਂ ਸਮਝਣਾ ਚਾਹੀਦਾ ਸੰਗਰੂਰ ਦੇ।
ਬਿਲਕੁਲ ਸਹੀ ਕਿਹਾ ਤੁਸੀਂ ਕਿ ਅਗਰ ਅਸੀਂ, ਕਿਉਂਕਿ ਕੁਝ ਕਈ ਚਿਹਰਿਆਂ ਦੀ ਪਛਾਣ ਆਪਣੀ ਸਿਰਫ ਪਾਰਟੀ ਨਾਲ ਹੁੰਦੀ ਹੈ, ਅਗਰ ਉਹ ਪਾਰਟੀ ਬਦਲ ਕੇ ਦੂਜੀ ਪਾਰਟੀ ਵਿੱਚ ਗਏ ਨੇ ਉਸ ਤੋਂ ਬਾਅਦ ਲੋਕ ਉਹਨਾਂ ਨੂੰ ਕਿਵੇਂ ਦਾ ਰਿਸਪੌਂਸ ਦਿੰਦੇ ਨੇ ਉਹ ਅਸੀਂ ਸਮਝ ਨਹੀਂ ਸਕਦੇ ਹਾਂ, ਲੋਕਾਂ ਦੇ ਦਿਲਾਂ ਦੀ ਗੱਲ। ਸੋ ਇਹ ਜੋ ਲੋਕਾਂ ਦੇ ਦਿਲ ਵਿੱਚ ਗੱਲ ਹੈ ਇਹ ਤਾਂ 23 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਜਦੋਂ ਨਤੀਜਾ ਆਏਗਾ ਉਸ ਤੋਂ ਬਾਅਦ ਹੀ ਕਲੀਅਰ ਹੋਏਗਾ, ਪਤਾ ਚੱਲੇਗਾ। ਪਰ ਫਿਲਹਾਲ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜੋ ਸਥਿਤੀ ਬਣੀ ਹੈ ਉਸ ਤੋਂ ਹਲੇ ਕੁਝ ਵੀ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਇਹ ਸੀਟ ਕੌਣ ਜਿੱਤ ਕੇ ਲੈ ਜਾਏਗਾ। ਹਾਲਾਂਕਿ ਸਾਰੀਆਂ ਪਾਰਟੀਆਂ ਆਪਣਾ ਪੂਰਾ ਦਮਖਮ ਜ਼ਰੂਰ ਲਗਾ ਰਹੀਆਂ ਨੇ ਕਿ ਸੰਗਰੂਰ ਦੀ ਜਿਹੜੀ ਸੀਟ ਹੈ ਇਸ ਨੂੰ ਜਿੱਤ ਲਿਆ ਜਾਏ। ਸੋ ਡੱਲਾ ਜੀ, ਅੱਜ ਆਪਾਂ ਤਕਰੀਬਨ ਸਾਰੀਆਂ ਖਬਰਾਂ ਦੇ ਉੱਪਰ ਚਰਚਾ ਕਰ ਲਈ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ, ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਜੁੜਦੇ ਨੇ, ਕਮੈਂਟ ਕਰਦੇ ਨੇ, ਸਾਨੂੰ ਆਪਣੇ ਸੁਝਾਅ ਭੇਜਦੇ ਨੇ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।